ਇਨਵੈਸਟਰ ਪੰਜਾਬ ਵੈਬ ਸੀਰੀਜ਼ ਦੇ ਅੱਜ ਦੇ ਫਾਈਨੈਂਸ਼ੀਅਲ ਐਪੀਸੋਡ ਵਿੱਚ ਤੁਸੀਂ ਇੱਕ ਫਾਰਮੂਲੇ ਬਾਰੇ ਜਾਣੋਗੇ ਜਿਸ ਨੂੰ ਯੂਜ਼ ਕਰਕੇ ਤੁਸੀਂ ਪ੍ਰੋਫਿਟੇਬਲ ਸ਼ੇਅਰ ਸਿਲੈਕਟ ਕਰ ਸਕਦੇ ਹੋ। ਸਭ ਤੋਂ ਪਹਿਲਾਂ ਇਹ ਗੱਲ ਯਾਦ ਰੱਖੋ ਕਿ ਜਦੋਂ ਤੁਸੀਂ ਕੋਈ ਵੀ ਸ਼ੇਅਰ ਖਰੀਦੋਗੇ ਤਾਂ ਤੁਹਾਡਾ ਪਰਸਪੈਕਟਿਵ ਲੌਂਗ ਟਰਮ ਦਾ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਅੱਜ ਬਾਏ ਕਰਕੇ ਅਗਲੇ ਦਿਨ ਸੈਲ ਕਰ ਦਿੱਤਾ, ਕਿਉਂਕਿ ਸਟਾਕ ਮਾਰਕੀਟ ਗੁਰੂ ਵਾਰਨ ਬਫਟ ਨੇ ਵੀ ਕਿਹਾ ਹੈ, ਜਿਸ ਕੰਪਨੀ ਵਿੱਚ ਤੁਸੀਂ ਅਗਲੇ 10 ਸਾਲ ਲਈ ਇਨਵੈਸਟ ਕਰਨ ਬਾਰੇ ਨਹੀਂ ਸੋਚ ਸਕਦੇ, ਉਸ ਬਾਰੇ ਤੁਹਾਨੂੰ 10 ਮਿੰਟ ਵੀ ਨਹੀਂ ਸੋਚਣਾ ਚਾਹੀਦਾ। ਸ਼ਾਰਟ ਟਰਮ ਦੀ ਚਿੰਤਾ ਤੁਹਾਨੂੰ ਇਸ ਲਈ ਨਹੀਂ ਕਰਨੀ ਚਾਹੀਦੀ ਕਿਉਂਕਿ ਸ਼ਾਰਟ ਟਰਮ ਵਿੱਚ ਕੰਪਨੀਆਂ ਵਿੱਚ ਉਤਾਰ ਚੜਾਵ ਲੱਗੇ ਰਹਿੰਦੇ ਹਨ। ਕਦੀ ਪ੍ਰੋਫਿਟ ਹੋ ਗਿਆ, ਕਦੀ ਲਾਸ, ਕਦੇ ਕੋਈ ਗਵਰਨਮੈਂਟ ਪਾਲਿਸੀ ਆ ਗਈ, ਕਦੇ ਮਾਈਕਰੋ ਇਕਨੋਮਿਕਲ ਫੈਕਟਰਸ ਜਾਂ ਰਿਸੈਸ਼ਨ ਦਾ ਕਰਕੇ ਲਾਸ ਹੋ ਗਿਆ। ਪਰ ਇਹ ਸਭ ਦੇਖ ਕੇ ਤੁਹਾਨੂੰ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਜੇ ਕੰਪਨੀ ਵਧੀਆ ਹੈ ਤਾਂ ਲੌਂਗ ਟਰਮ ਵਿੱਚ ਉਹ ਪ੍ਰੋਫਿਟ ਹੀ ਦੇਵੇਗੀ। ਇਹ ਤੁਸੀਂ ਐਗਜ਼ਾਮਪਲਸ ਵੀ ਦੇਖ ਸਕਦੇ ਹੋ। ਇਹਨਾਂ ਨੇ ਸ਼ਾਰਟ ਟਰਮ ਵਿੱਚ ਕਈ ਡਾਊਨਫਾਲ ਦੇਖੇ ਹਨ, ਪਰ ਲੌਂਗ ਟਰਮ ਵਿੱਚ ਇਸ ਦਾ ਚਾਰਟ ਅਸਮਾਨਾਂ ਨੂੰ ਛੂ ਰਿਹਾ ਹੈ। ਸ਼ੁਰੂਆਤ ਵਿੱਚ ਇੰਨੀ ਗਰੋਥ ਨਹੀਂ ਹੁੰਦੀ, ਪਰ ਬਾਅਦ ਵਿੱਚ ਚੰਗੀ ਕੰਪਨੀ ਰਿਕਾਰਡ ਤੋੜਦੀ ਹੈ। ਇਸ ਲਈ ਹਮੇਸ਼ਾ ਲੌਂਗ ਟਰਮ ਪਰਸਪੈਕਟਿਵ ਲੈ ਕੇ ਹੀ ਸ਼ੇਅਰ ਖਰੀਦੋ, ਅਤੇ ਜਦੋਂ ਵਿੱਚ ਸ਼ੇਅਰ ਪ੍ਰਾਈਸ ਡਿੱਗਦਾ ਹੈ ਤਾਂ ਤੁਸੀਂ ਉਸ ਵਿੱਚ ਹੋਰ ਪੈਸੇ ਇਨਵੈਸਟ ਕਰਕੇ ਐਵਰੇਜਿੰਗ ਕਰ ਸਕਦੇ ਹੋ। ਤੁਸੀਂ ਕਹੋਗੇ ਕਿ ਠੀਕ ਹੈ, ਅਸੀਂ ਲੌਂਗ ਟਰਮ ਲਈ ਇਨਵੈਸਟ ਕਰ ਲਵਾਂਗੇ, ਪਰ ਸਹੀ ਸ਼ੇਅਰਸ ਕਿਵੇਂ ਚੂਜ਼ ਕਰਨੇ ਹਨ, ਚੰਗੀ ਕੰਪਨੀਆਂ ਕਿਵੇਂ ਲੱਭਣੀਆਂ ਹਨ, ਇਸ ਬਾਰੇ ਵੀ ਤਾਂ ਦੱਸੋ। ਤਾਂ ਦੱਸ ਦਈਏ ਕਿ ਸਟਾਕ ਮਾਰਕੀਟ ਵਿੱਚ ਕਈ ਤਰ੍ਹਾਂ ਦੇ ਸੈਕਟਰ ਹੁੰਦੇ ਹਨ, ਜਿਨ੍ਹਾਂ ਵਿੱਚ ਹਜ਼ਾਰਾਂ ਕੰਪਨੀਆਂ ਨੇ। ਜਿਵੇਂ ਬੈਂਕਿੰਗ ਸੈਕਟਰ, ਜਿਸ ਵਿੱਚ ਸਾਰੀਆਂ ਬੈਂਕਸ ਆ ਜਾਂਦੀਆਂ ਹਨ। ਜਿਵੇਂ ਫਾਰਮਾ ਸੈਕਟਰ, ਜਿਸ ਵਿੱਚ ਸਾਰੀਆਂ ਦਵਾਈਆਂ ਨਾਲ ਰਿਲੇਟਡ ਕੰਪਨੀਆਂ ਆ ਜਾਂਦੀਆਂ ਹਨ। ਜਿਵੇਂ ਸਿਪਲਾ, ਸਨ ਫਾਰਮਾ, ਔਰੋਬਿੰਦੋ ਫਾਰਮਾ ਅਤੇ ਡਾਕਟਰ ਰੈਡੀ। ਫਾਈਨੈਂਸ ਸੈਕਟਰ ਵਿੱਚ ਫਾਈਨੈਂਸ਼ੀਅਲ ਸਰਵਿਸਿਜ਼ ਦੇਣ ਵਾਲੀਆਂ ਕੰਪਨੀਆਂ ਆ ਜਾਂਦੀਆਂ ਹਨ, ਜਿਵੇਂ ਬੈਂਕਸ, ਇੰਸ਼ੋਰੈਂਸ ਕੰਪਨੀਆਂ ਅਤੇ ਕ੍ਰੈਡਿਟ ਕਾਰਡ ਕੰਪਨੀਆਂ। ਮੈਟਲ ਸੈਕਟਰ ਵਿੱਚ ਮੈਟਲ ਐਂਡ ਕੰਸਟਰਕਸ਼ਨ ਨਾਲ ਰਿਲੇਟਡ ਕੰਪਨੀਆਂ ਆ ਜਾਂਦੀਆਂ ਹਨ, ਜਿਵੇਂ ਟਾਟਾ ਸਟੀਲ, JSW ਸਟੀਲ, ਵਿਦਾਂਤਾ। ਅਤੇ ਆਟੋਮੋਬਾਈਲ ਸੈਕਟਰ ਵਿੱਚ ਕਾਰਾਂ ਗੱਡੀਆਂ ਨਾਲ ਰਿਲੇਟਡ ਕੰਪਨੀਆਂ ਆ ਜਾਂਦੀਆਂ ਹਨ, ਜਿਵੇਂ ਮਾਰੂਤੀ ਸੁਜ਼ੂਕੀ, ਹੀਰੋ, ਮਹਿੰਦਰਾ ਅਤੇ ਅਸ਼ੋਕ ਲੇਲੈਂਡ। ਇਹ ਸਟਾਕਸ ਮੈਂ ਸਿਰਫ ਐਗਜ਼ਾਮਪਲਸ ਲਈ ਦੱਸੇ ਹਨ, ਇਹ ਕੋਈ ਸਟਾਕ ਰਿਕਮੈਂਡੇਸ਼ਨ ਨਹੀਂ ਹੈ। ਇੱਦਾਂ ਦੇ ਬਹੁਤ ਸਾਰੇ ਸੈਕਟਰ ਸਟਾਕ ਮਾਰਕੀਟ ਵਿੱਚ ਹੁੰਦੇ ਹਨ। ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਤੁਹਾਨੂੰ ਕਿਹੜਾ ਸੈਕਟਰ ਚੂਜ਼ ਕਰਨਾ ਚਾਹੀਦਾ ਹੈ, ਤੁਹਾਨੂੰ ਕਿਸ ਸੈਕਟਰ ਵਿੱਚ ਪੈਸੇ ਲਗਾਉਣੇ ਚਾਹੀਦੇ ਹਨ। ਇਹਨਾਂ ਸਭ ਸੈਕਟਰਸ ਵਿੱਚ ਪੈਸਾ ਲਗਾਉਣ ਲਈ ਜੋ ਸਭ ਤੋਂ ਇੰਪੋਰਟੈਂਟ ਫਾਰਮੂਲਾ ਹੈ, ਉਹ ਹੈ ਅਵੇਅਰਨੈਸ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਆਸ-ਪਾਸ ਕੀ ਹੋ ਰਿਹਾ ਹੈ, ਅੱਜ ਦੇ ਟਾਈਮ ਵਿੱਚ ਕਿਸ ਚੀਜ਼ ਦੀ ਡਿਮਾਂਡ ਹੈ। ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹਨ ਲੇਟੈਸਟ ਨਿਊਜ਼, ਜਿਵੇਂ ਰਸ਼ੀਆ ਅਤੇ ਯੂਕਰੇਨ ਦੀ ਵਾਰ। ਇਸ ਵਾਰ ਦਾ ਕਰਕੇ ਆਇਲ ਐਂਡ ਗੈਸ ਸੈਕਟਰ ਨੂੰ ਬਹੁਤ ਇੰਪੈਕਟ ਪਿਆ ਹੈ। ਦੂਸਰਾ, ਤੁਹਾਨੂੰ ਆਉਣ ਵਾਲੇ ਸੀਜ਼ਨਸ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਜਿਵੇਂ ਥੋੜਾ ਟਾਈਮ ਪਹਿਲਾਂ ਦੀਵਾਲੀ ਲੰਘ ਕੇ ਗਈ ਹੈ, ਦੀਵਾਲੀ ਵਿੱਚ ਗੋਲਡ ਦੀ ਡਿਮਾਂਡ ਅਤੇ ਪ੍ਰਾਈਸਿਸ ਵੱਧ ਜਾਂਦੇ ਹਨ। ਇਸ ਸਮੇਂ ਤੁਹਾਨੂੰ ਉਹਨਾਂ ਕੰਪਨੀਆਂ ਵਿੱਚ ਪੈਸਾ ਲਗਾਉਣਾ ਚਾਹੀਦਾ ਹੈ ਜੋ ਗੋਲਡ ਅਤੇ ਜਵੈਲਰੀ ਵੇਚਦੇ ਹਨ, ਕਿਉਂਕਿ ਉਹਨਾਂ ਦੀਆਂ ਸੇਲਸ ਵੱਧ ਜਾਂਦੀਆਂ ਹਨ ਅਤੇ ਪ੍ਰੋਫਿਟ ਹੀ ਹੋਵੇਗਾ। ਤੀਸਰਾ, ਇੱਦਾਂ ਹੀ ਤੁਹਾਨੂੰ ਗਵਰਨਮੈਂਟ ਪਾਲਿਸੀਜ਼ 'ਤੇ ਵੀ ਅੱਖ ਰੱਖਣੀ ਚਾਹੀਦੀ ਹੈ। ਜਿਵੇਂ ਸਰਕਾਰ ਹਾਈਵੇਜ਼ ਅਤੇ ਰੋਡਸ ਬਣਾਉਣਾ ਚਾਹੁੰਦੀ ਹੈ, ਤਾਂ ਇਸ ਨਾਲ ਕਿਹੜੀਆਂ ਕੰਪਨੀਆਂ 'ਤੇ ਅਸਰ ਪਵੇਗਾ। ਜਿਵੇਂ ਸੀਮੈਂਟ ਕੰਪਨੀਆਂ ਅਤੇ ਮੈਟਲ ਸੈਕਟਰ ਕੰਪਨੀਆਂ, ਕਿਉਂਕਿ ਇਹਨਾਂ ਕੰਪਨੀਆਂ ਨੇ ਹੀ ਸਾਰੇ ਪ੍ਰੋਜੈਕਟ ਕੰਪਲੀਟ ਕਰਨੇ ਹੁੰਦੇ ਹਨ, ਜਿਸ ਨਾਲ ਉਹਨਾਂ ਦਾ ਪ੍ਰੋਫਿਟ ਵਧੇਗਾ ਅਤੇ ਅਲਟੀਮੇਟਲੀ ਤੁਹਾਡੀ ਵੀ ਚਾਂਦੀ ਹੋਵੇਗੀ। ਇਸ ਕਰਕੇ ਸਰਕਾਰ ਦੇ ਫੈਸਲਿਆਂ ਦਾ ਸਟਾਕ ਮਾਰਕੀਟ 'ਤੇ ਬਹੁਤ ਅਸਰ ਪੈਂਦਾ ਹੈ। ਜਿੰਨਾ ਤੁਸੀਂ ਅਵੇਅਰ ਰਹੋਗੇ, ਉਹਨਾਂ ਤੁਹਾਡੇ ਲਈ ਚੰਗਾ ਹੈ। ਇਸ ਦਾ ਬੈਸਟ ਐਗਜ਼ਾਮਪਲ ਹੈ ਵਾਰਨ ਬਫੇਟ। ਜਦੋਂ ਉਹ ਛੋਟੇ ਸੀ ਤਾਂ ਆਸ-ਪਾਸ ਦੀਆਂ ਦੁਕਾਨਾਂ 'ਤੇ ਜਾ ਕੇ ਕੋਲਡ ਡਰਿੰਕਸ ਦੇ ਢੱਕਣ ਇਕੱਠੇ ਕਰਦੇ ਸਨ। ਹਾਂ, ਉਹ ਕਬਾੜ ਵਾਲੇ ਤਾਂ ਨਹੀਂ ਸਨ, ਸਗੋਂ ਉਹ ਤਾਂ ਇਹ ਪਤਾ ਲਗਾ ਰਹੇ ਸੀ ਕਿ ਕਿਸ ਕੰਪਨੀ ਦੇ ਕੋਲਡ ਡਰਿੰਕਸ ਲੋਕ ਜ਼ਿਆਦਾ ਪੀਂਦੇ ਹਨ। ਤਾਂ ਉਹਨਾਂ ਨੂੰ ਪਤਾ ਲੱਗਾ ਕਿ ਕੋਕਾ ਕੋਲਾ ਦੀਆਂ ਡਰਿੰਕਸ ਹੀ ਜ਼ਿਆਦਾ ਵਿਕਦੀਆਂ ਹਨ। ਬਸ ਫਿਰ ਕੀ ਸੀ, ਉਹਨਾਂ ਨੇ ਕੋਕਾ ਕੋਲਾ ਕੰਪਨੀ ਦੇ ਸ਼ੇਅਰਸ ਖਰੀਦ ਲਏ ਅਤੇ ਕੁਝ ਸਾਲਾਂ ਬਾਅਦ ਹੀ ਉਹਨਾਂ ਨੂੰ ਵੱਡਾ ਪ੍ਰੋਫਿਟ ਹੋ ਗਿਆ। ਇਸ ਦਾ ਮਤਲਬ ਤੁਹਾਨੂੰ ਵੀ ਕਬਾੜ ਇਕੱਠਾ ਕਰਕੇ ਰਿਸਰਚ ਕਰਨੀ ਚਾਹੀਦੀ ਹੈ? ਜੀ ਬਿਲਕੁਲ ਨਹੀਂ। ਤੁਸੀਂ ਬਸ ਆਸ-ਪਾਸ ਦੇ ਲੋਕਾਂ ਨੂੰ ਓਬਜ਼ਰਵ ਕਰਕੇ ਹੀ ਪਤਾ ਲਗਾ ਸਕਦੇ ਹੋ ਕਿ ਕਿਹੜੀਆਂ ਚੀਜ਼ਾਂ ਜ਼ਿਆਦਾ ਵਿਕਦੀਆਂ ਹਨ, ਲੋਕ ਕਿਸ ਦੇ ਪ੍ਰੋਡਕਟਸ ਵਾਰ-ਵਾਰ ਖਰੀਦਦੇ ਹਨ। ਤੁਸੀਂ ਆਉਂਦੇ ਜਾਂਦੇ ਵੇਖ ਸਕਦੇ ਹੋ ਕਿ ਕਿਹੜੀਆਂ ਕਾਰਾਂ ਸੜਕ 'ਤੇ ਜ਼ਿਆਦਾ ਚੱਲਦੀਆਂ ਹਨ, ਕਾਰਾਂ ਅਤੇ ਬੱਸਾਂ ਵਿੱਚ ਕਿਹੜੀ ਕੰਪਨੀ ਦੇ ਟਾਇਰਸ ਜ਼ਿਆਦਾ ਵਰਤੇ ਜਾਂਦੇ ਨੇ। ਬਸ ਇਸ ਨਾਲ ਹੀ ਤੁਹਾਡਾ ਕੰਮ ਹੋ ਜਾਵੇਗਾ, ਤੁਸੀਂ ਵਧੀਆ ਕੰਪਨੀ ਲੱਭ ਲਵੋਗੇ। ਇਹ ਵੇਖਣ ਵਿੱਚ ਬਹੁਤ ਛੋਟੀ ਜਿਹੀ ਚੀਜ਼ ਹੈ, ਪਰ 100% ਕੰਮ ਕਰਦੀ ਹੈ, ਜਿਸ ਦਾ ਪ੍ਰੂਫ ਸਾਨੂੰ USA ਵਿੱਚ ਹੋਈ ਰਿਸਰਚ ਤੋਂ ਮਿਲਦਾ ਹੈ, ਜਿਸ ਵਿੱਚ ਇੱਕ ਪਾਸੇ 10 ਸਾਲ ਦੇ ਛੋਟੇ-ਛੋਟੇ ਬੱਚਿਆਂ ਨੂੰ ਸ਼ੇਅਰ ਚੂਜ਼ ਕਰਨ ਲਈ ਕਿਹਾ ਗਿਆ ਅਤੇ ਦੂਜੇ ਪਾਸੇ ਚਾਰਟਰਡ ਅਕਾਊਂਟੈਂਟਸ ਅਤੇ ਸਟਾਕ ਮਾਰਕੀਟ ਐਕਸਪਰਟਸ ਨੂੰ ਵੀ ਸ਼ੇਅਰ ਸਿਲੈਕਟ ਕਰਨ ਲਈ ਕਿਹਾ ਗਿਆ। ਬੱਚਿਆਂ ਨੇ ਅਤੇ ਐਕਸਪਰਟਸ ਨੇ ਆਪਣੇ ਹਿਸਾਬ ਨਾਲ ਸ਼ੇਅਰ ਸਿਲੈਕਟ ਕਰ ਲਏ। 5 ਸਾਲ ਬਾਅਦ ਜਦੋਂ ਸ਼ੇਅਰਸ ਦੀ ਵੈਲਿਊ ਚੈੱਕ ਕੀਤੀ ਗਈ ਤਾਂ ਪਤਾ ਲੱਗਾ ਕਿ ਬੱਚਿਆਂ ਨੇ ਜੋ ਸ਼ੇਅਰਸ ਚੁਣੇ ਸਨ, ਉਹਨਾਂ ਦੀ ਵੈਲਿਊ ਕਈ ਗੁਣਾ ਵੱਧ ਗਈ, ਪਰ ਐਕਸਪਰਟਸ ਨੇ ਜੋ ਸ਼ੇਅਰਸ ਖਰੀਦੇ ਸਨ, ਉਹਨਾਂ ਨੇ ਕਾਫੀ ਘੱਟ ਰਿਟਰਨ ਦਿੱਤਾ। ਇੱਦਾਂ ਕਿਵੇਂ ਹੋ ਸਕਦਾ ਹੈ? ਐਕਸਪਰਟਸ ਨੂੰ ਤਾਂ ਸਭ ਪਤਾ ਹੁੰਦਾ ਹੈ। ਬੱਚਿਆਂ ਨੇ ਇੰਨੇ ਪੜ੍ਹੇ ਲਿਖੇ ਲੋਕਾਂ ਤੋਂ ਵਧੀਆ
ਸਟਾਕ ਸਿਲੈਕਸ਼ਨ ਕਿਵੇਂ ਕਰ ਲਈ। ਇਦਾਂ ਇਸ ਲਈ ਹੋਇਆ ਕਿਉਂਕਿ ਬੱਚਿਆਂ ਨੇ ਜੋ ਕੰਪਨੀਆਂ ਦੇ ਸ਼ੇਅਰਸ ਚੁਣੇ ਸਨ ਉਹ ਉਹਨਾਂ ਦੇ ਪ੍ਰੋਡਕਟਸ ਬਾਰੇ ਜਾਣਦੇ ਸਨ। ਉਹ ਚਾਕਲੇਟ ਖਾਂਦੇ ਸਨ, ਇਸ ਲਈ ਉਹਨਾਂ ਨੇ ਡੇਅਰੀ ਮਿਲਕ ਕੰਪਨੀ ਨੂੰ ਚੁਣਿਆ। ਉਹ ਬਾਰਬੀ ਡਾਲ ਨਾਲ ਖੇਡਦੇ ਸਨ, ਇਸ ਲਈ ਉਹਨਾਂ ਨੇ ਡਿਜ਼ਨੀ ਦੇ ਸ਼ੇਅਰਸ ਨੂੰ ਚੁਣਿਆ। ਦੂਜੇ ਪਾਸੇ ਐਕਸਪਰਟਸ ਨੇ ਵਧੀਆ ਫਾਈਨੈਂਸ਼ੀਅਲ ਰਿਪੋਰਟਸ ਚੈੱਕ ਕਰਕੇ ਫੰਡਾਮੈਂਟਲ ਐਨਾਲਿਸਿਸ ਕਰਕੇ ਕੋਈ ਹੋਰ ਹੀ ਕੰਪਨੀਆਂ ਚੂਜ਼ ਕੀਤੀਆਂ ਸਨ, ਪਰ ਫਿਰ ਵੀ ਉਹ ਬੱਚਿਆਂ ਨਾਲੋਂ ਜ਼ਿਆਦਾ ਰਿਟਰਨਸ ਜਨਰੇਟ ਨਹੀਂ ਕਰ ਸਕੇ। ਕਹਿਣ ਦਾ ਮਤਲਬ ਇਹ ਹੈ ਸਿਰਫ ਪੜ੍ਹੇ ਲਿਖੇ ਲੋਕ ਹੀ ਸਟਾਕ ਮਾਰਕੀਟ ਵਿੱਚ ਵਧੀਆ ਸ਼ੇਅਰਸ ਸਿਲੈਕਟ ਨਹੀਂ ਕਰ ਸਕਦੇ। ਜੋ ਮਾਰਕੀਟ ਨੂੰ ਚੰਗੀ ਤਰ੍ਹਾਂ ਅਬਜ਼ਰਵ ਕਰਦਾ ਹੈ ਉਹ ਵੀ ਬੈਸਟ ਸ਼ੇਅਰਸ ਚੂਜ਼ ਕਰ ਸਕਦਾ ਹੈ। ਜਿਵੇਂ ਜ਼ਿਆਦਾਤਰ ਆਪਣੇ ਪੰਜਾਬੀ ਵੀਰ ਮੰਨਦੇ ਹਨ ਜਿਨ੍ਹਾਂ ਨੇ 12ਵੀਂ ਵਿੱਚ ਕਾਮਰਸ ਪੜ੍ਹੀ ਹੈ ਉਹ ਹੀ ਸਟਾਕ ਮਾਰਕੀਟ ਵਿੱਚ ਇਨਵੈਸਟ ਕਰ ਸਕਦੇ ਹਨ ਕਿਉਂਕਿ ਉਹਨਾਂ ਨੂੰ ਫਾਈਨੈਂਸ਼ੀਅਲ ਰੇਸ਼ੀਓਸ, ਬੈਲੈਂਸ ਸ਼ੀਟ ਅਤੇ ਕੈਸ਼ ਫਲੋ ਬਾਰੇ ਪਤਾ ਹੁੰਦਾ ਹੈ। ਆਰਟਸ ਵਾਲੇ ਇਨਵੈਸਟਿੰਗ ਨਹੀਂ ਕਰ ਸਕਦੇ, ਪਰ ਇਹ ਥਿੰਕਿੰਗ ਬਿਲਕੁਲ ਗਲਤ ਹੈ। ਪਹਿਲੀ ਗੱਲ ਤਾਂ ਇਹ ਕਿ ਫਾਈਨੈਂਸ਼ੀਅਲ ਸਟੇਟਮੈਂਟਸ ਦੇਖਣਾ ਕੋਈ ਵੱਡੀ ਗੱਲ ਨਹੀਂ, ਇਹ ਤਾਂ ਸਿਰਫ ਨੰਬਰਸ ਹੀ ਹੁੰਦੇ ਹਨ, ਇਹ ਕੋਈ ਵੀ ਚੈੱਕ ਕਰ ਸਕਦਾ ਹੈ। ਦੂਜੀ ਗੱਲ ਇਹ ਕਿ ਜੇ ਇਹਨਾਂ ਨੰਬਰਸ ਨੂੰ ਦੇਖ ਕੇ ਹੀ ਬੈਸਟ ਸ਼ੇਅਰਸ ਚੁਣ ਸਕਦੇ ਹੁੰਦੇ ਤਾਂ ਕੰਪਿਊਟਰਸ, AI ਅਤੇ ਮੈਥਮੈਟੀਸ਼ੀਅਨਸ ਹੀ ਚੋਟੀ ਦੇ ਇਨਵੈਸਟਰਸ ਹੋਣੇ ਸਨ। ਬੈਸਟ ਸ਼ੇਅਰਸ ਚੁਣਨ ਲਈ ਤੁਸੀਂ ਆਪਣੇ ਘਰ ਤੋਂ ਹੀ ਸ਼ੁਰੂ ਕਰ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਫੈਮਿਲੀ ਕਿਹੜੇ ਸਾਬਣ ਤੇ ਜ਼ਿਆਦਾ ਯੂਜ਼ ਕਰਦੀ ਹੈ, ਤੁਸੀਂ ਰਸੋਈ ਵਿੱਚ ਕਿਹੜਾ ਨਮਕ ਵਰਤਦੇ ਹੋ, ਤੁਹਾਡੇ ਕੋਲ ਕਿਹੜੀ ਕੰਪਨੀ ਦੇ ਇਲੈਕਟ੍ਰੀਕਲ ਅਪਲਾਇੰਸਸ ਹਨ। ਆਉਣ ਵਾਲੇ ਐਪੀਸੋਡਸ ਵਿੱਚ ਤੁਸੀਂ ਫੰਡਾਮੈਂਟਲ ਐਨਾਲਿਸਿਸ ਕਰਨਾ ਸਿੱਖ ਜਾਓਗੇ। ਤੁਹਾਨੂੰ ਪਤਾ ਲੱਗੇਗਾ ਕਿ PE ਰੇਸ਼ੀਓ ਕੀ ਹੁੰਦੀ ਹੈ, ਮਤਲਬ ਕਿਸ ਕੰਪਨੀ ਵਿੱਚ ਘੱਟ ਪੈਸੇ ਲਗਾ ਕੇ ਤੁਸੀਂ ਜ਼ਿਆਦਾ ਪ੍ਰੋਫਿਟ ਕਮਾ ਸਕਦੇ ਹੋ। ਇੰਟ੍ਰਿੰਸਿਕ ਵੈਲਿਊ ਕੀ ਹੁੰਦੀ ਹੈ, ਮਤਲਬ ਕਿਹੜੀ ਕੰਪਨੀ ਸਾਨੂੰ ਸਹੀ ਪ੍ਰਾਈਸ ਤੇ ਮਿਲ ਰਹੀ ਹੈ, ਸ਼ੇਅਰ ਪ੍ਰਾਈਸ ਸਸਤਾ ਹੈ ਜਾਂ ਮਹਿੰਗਾ। ਅਤੇ ਡੈਬਟ ਰੇਸ਼ੀਓ ਕੀ ਹੁੰਦੀ ਹੈ, ਮਤਲਬ ਕੰਪਨੀ ਨੇ ਇਕੁਇਟੀ ਦੇ ਬਦਲੇ ਕਰਜ਼ਾ ਕਿੰਨਾ ਲਿਆ ਹੈ। ਕਰਜ਼ਾ ਜਿੰਨਾ ਘੱਟ ਹੋਵੇ ਉਨਾ ਵਧੀਆ ਹੁੰਦਾ ਹੈ। ਜੇ ਤੁਸੀਂ ਇਹਨਾਂ ਵੀ ਸਿੱਖ ਗਏ ਤਾਂ ਤੁਹਾਨੂੰ ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ ਕਿ ਕਿਹੜੀ ਕੰਪਨੀ ਵਧੀਆ ਹੈ। ਇਨਵੈਸਟਰ ਪੰਜਾਬ ਵਿੱਚ ਤੁਸੀਂ ਫਾਈਨੈਂਸ਼ੀਅਲੀ ਸਮਾਰਟ ਬਣ ਜਾਓਗੇ, ਇਹ ਮੇਰੀ ਗਾਰੰਟੀ ਹੈ। ਤੁਹਾਨੂੰ ਫਾਈਨੈਂਸ਼ੀਅਲ ਫਰੀडम ਅਚੀਵ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਇਨਵੈਸਟਰ ਪੰਜਾਬ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਲਈ ਬਸ ਇੰਨਾ ਹੀ, ਮਿਲਦੇ ਹਾਂ ਜੀ ਅਗਲੇ ਐਪੀਸੋਡ ਵਿੱਚ ਨਵੀਂ ਐਜੂਕੇਸ਼ਨ ਦੇ ਨਾਲ। ਕੈਮਰਾਮੈਨ ਸੰਧੂ ਸਾਹਿਬ ਦੇ ਨਾਲ, ਇਨਵੈਸਟਰ ਪੰਜਾਬ, ਅੰਮ੍ਰਿਤਸਰ।